सतनाम करता पुरख निर्भव निर्वैर अकाल मूरत अजूनी सैभं गुर प्रसाद। हम मैले तुम उजल करते, हम निर्गुण तू दाता। हम मूर्ख तुम चतुर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन निको ठाकर देसा। तुम सब साजे साज निबाजे, जियो पिंड दे प्राणा। निर्गुण यारे गुण नहीं कोई, तुम दान देओ मेहरबाना। निर्गुण यारे गुण नहीं कोई, तुम दान देओ मेहरबाना। परम सत्कारयोग गुरु रूप गुरु प्यारी साध संगत जीओ, आओ मनां दीआं खिंडियां होईयां बिरतियां नूं एकागर करदे होए करिए रसना पवित्र ते बोलीए सारे। वाहिगुरु जी का खालसा, वाहिगुरु जी की फतेह। गुरमुख प्यारिओ, वाहिगुरु दी किरपा दे नाल आपां नूं गुरु दे ओट आसरे दे नाल गुरु दी गोद विच बैठ के पहले 13 अंग जो गुरबाणी दे हन उन्हां दी विचार करन दा सुभागा समा प्राप्त होया है। सतगुरु सच्चे पातशाह पंजवें पातशाह गुरु अर्जन देव सच्चे पातशाह जी ने इस ग्रंथ दी जो धन श्री गुरु ग्रंथ साहिब जी हन बहुत सुंदर रचना कीती। सारी बाणी नूं इकत्तर कीता ते 13 अंग पहलां जो पाए, जो पहलां सानू जो समझाउणा कीता, वो जिहड़े शब्द आ कुछ शब्द वो दुबारे अपने अपने राग दे विच दुबारा भी आए आ, भाव के बहुत ही इंपॉर्टेंट गल समझाउणी इन्हां 13 अंगां दे विच कीती सतगुरु सच्चे पातशाह जी ने। पहलां आपां श्री जपजी साहिब जी की विचार सरवण की है, उस तो बाद रहरास दे शब्द आए। हुण सोहला साहिब जी की बाणी की आपां विचार कर रहे हाँ। ये बाणी दे विच पहलां जिहड़े 3 शब्द हन पहले वो गुरु नानक बाबा जी दे उचारण किए हुए आ, एक शब्द चौथे पातशाह जी का उचारण किया होया ते एक शब्द पंजवें पातशाह जी का उचारण किया होया। ते अपने अपने रागां दे अनुसार जिमें पहला शब्द आ जय घर कीरत आखी है वो हुण भी आया, सोहला बाणी दे विच भी आया ते अपने राग दे विच अपनी जगह ते 157 अंग दे उपर भी ये शब्द सुशोभित है। दूसरा शब्द है छे गुर छे गुर छे घर छे गुर छे उपदेश, ये अपनी जगह ते 337 अंग उपर सुशोभित है। तीजा शब्द है गगन मै थाल रवचंद दीपक बने, ये शब्द आ जिहड़ा आरती वाला ये 663 अंग उपर सुशोभित है। उस तो बाद जिहड़ा अगला शब्द है काम क्रोध नगर बहु भरिया मिल साधु खंडल खंडा है, ये शब्द 171 अंग उपर सुशोभित है। पंजवा शब्द है पंजवें पातशाह जी का फरमान किया करूँ बेनंती सुनो मेरे मीता संत टहल की बेला, ये अपने राग के अनुसार
ਪੰਜ ਅੰਗ ਉੱਪਰ ਸੁਸ਼ੋਭਿਤ ਹੈ। ਸੋ ਇਹ ਪੰਜਾਂ ਸ਼ਬਦਾਂ ਨੂੰ ਮਿਲਾ ਕੇ ਸੋਹਲਾ ਸਾਹਿਬ ਜੀ ਦੀ ਬਾਣੀ ਬਣਦੀ ਹੈ, ਜੋ ਸਾਡੇ ਸਿੱਖਾਂ ਵਾਸਤੇ ਸ਼ਾਮ ਦੇ ਨਿਤਨੇਮ ਸਮੇਂ ਸੌਣ ਵੇਲੇ ਪੜ੍ਹਨੀ ਜਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁਖ ਆਸਣ ਸਮੇਂ ਜਿਹੜੀ ਪੜ੍ਹਨੀ ਜ਼ਰੂਰੀ ਬਾਣੀ ਹੈ ਇਹ। ਸੋ ਕੱਲ੍ਹ ਆਪਾਂ ਪਹਿਲੇ ਸ਼ਬਦ ਦੀ ਵਿਚਾਰ ਕੀਤੀ ਸੀ, ਅੱਜ ਆਪਾਂ ਦੂਜੇ ਸ਼ਬਦ ਦੀ ਵਿਚਾਰ ਕਰ ਰਹੇ ਹਾਂ। ਆਓ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਗੁਰੂ ਨਾਨਕ ਬਾਬਾ ਜੀ ਦੇ ਚਰਨਾਂ ਦਾ ਧਿਆਨ ਧਰੀਏ, ਕਿਉਂਕਿ ਇਹ ਜਿਹੜਾ ਸਮਾਂ ਆਪਾਂ ਲਾ ਰਹੇ ਹਾਂ ਇਹ ਗੁਰੂ ਦੇ ਓਟ ਆਸਰੇ ਨਾਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਸ਼ੁਰੂ ਹੋਏ ਆ, ਉਹਨਾਂ ਨੂੰ ਸਮਰਪਿਤ ਆ। ਆਓ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਨਾਲ ਗੁਰਬਾਣੀ ਦੀ ਵਿਚਾਰ ਨੂੰ ਸਰਵਣ ਕਰੀਏ ਜੀ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਬੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਰਹਾਉ ਬਿਸੂਏ ਚਸਿਆ ਘੜੀਆਂ ਪਹਿਰਾ, ਥਿੱਤੀ ਵਾਰੀ ਮਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਆਸਾ। ਆਸਾ ਰਾਗ ਦੇ ਵਿੱਚ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਗੁਰੂ ਨਾਨਕ ਬਾਬਾ ਜੀ ਦਾ ਫਰਮਾਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਗੁਰਮੁਖ ਪਿਆਰਿਓ ਆਪਾਂ ਨੂੰ ਜਪਜੀ ਸਾਹਿਬ ਜੀ ਦੇ ਵਿੱਚ ਇੱਕ ਓੰਕਾਰ ਬਾਰੇ ਸਮਝਾਇਆ ਕਿ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਲਾ ਬੀਠਲ ਗੋਡ ਕੁਝ ਵੀ ਨਾਮ ਲੈ ਲਈਏ, ਸੁਪਰੀਮ ਪਾਵਰ ਇੱਕ ਹੈ ਤੇ ਇੱਕ ਰਸ ਵਿਆਪਕ ਹੈ। ਅਸੀਂ ਉਹ ਪਰਮਾਤਮਾ ਤੋਂ ਟੁੱਟੇ ਹੋਏ ਹਾਂ, ਸਾਡੇ ਵਿੱਥ ਪਈ ਹੋਈ ਹੈ। ਉਹ ਵਿੱਥ ਨੂੰ ਦੂਰੀ ਨੂੰ ਖਤਮ ਕਰਕੇ ਸੁਚਿਆਰ ਹੋ ਕੇ ਅਸੀਂ ਉਹ ਇੱਕ ਓੰਕਾਰ ਜੋ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਜੋ ਮਨੁੱਖ ਦੇ ਅੰਦਰ ਹੀ ਹੈ, ਉਸ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜਨਾ। ਤੇ ਸਾਡਾ ਵਿਛੋੜਾ ਕਦੋਂ ਦਾ ਪਿਆ ਹੋਇਆ? ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਦੋਂ ਦੇ ਅਸੀਂ ਜਨਮੇ ਆ, ਇੱਥੇ ਮਾਇਆ ਦਾ ਦੇਸ਼ ਆ, ਮਾਇਆ ਦਾ ਹੁਕਮ ਚੱਲਦਾ ਤੇ ਸਾਡੀ ਪਰਮਾਤਮਾ ਤੋਂ ਦੂਰੀ ਪੈ ਗਈ। ਉਹ ਦੂਰੀ ਪੈਂਦੀ ਵੱਧਦੀ ਜਾ ਰਹੀ ਹੈ। ਜੇਕਰ ਅਸੀਂ ਇਹ ਅੰਦਰਲੀ ਦੂਰੀ ਨੂੰ ਖਤਮ ਕਰਨ ਦੇ ਕੋਈ ਯਤਨ ਨਾ ਕੀਤੇ, ਅੰਦਰਲੀ ਦੂਰੀ ਨੂੰ ਖਤਮ ਗੁਰੂ ਦੇ ਗਿਆਨ ਰਾਹੀਂ ਕੀਤਾ ਜਾ ਸਕਦਾ, ਕਿਉਂਕਿ ਆਤਮਾ ਤੇ ਪਰਮਾਤਮਾ ਵਿਚਾਲੇ ਹੈ ਗੁਰੂ ਜੋ ਗਿਆਨ ਰੂਪ ਹੈ। ਗਿਆਨ ਦੇ ਨਾਲ ਸਮਝਾ ਕੇ, ਜਿਵੇਂ ਇਸ ਤਰ੍ਹਾਂ ਉਦਾਹਰਨ ਲੈ ਲਈਏ ਗੁਰਮੁਖ ਪਿਆਰਿਓ ਕਿ ਇੱਕ ਕੋਈ ਬਾਪ ਚੰਗਾ ਸਰਦਾਰ ਆਦਮੀ ਚਿੱਟੇ ਕੱਪੜੇ ਪਾ ਕੇ ਜਿਹਦੀ ਪਿੰਡ ਦੇ ਵਿੱਚ ਠੋਕਾ ਸਾਰੇ ਸੱਥ ਦੇ ਵਿੱਚ ਬੈਠਾ, ਉਹਦਾ ਬੱਚਾ ਜਿੱਦ ਕਰ ਲੈਂਦਾ ਕਿ ਮੈਂ ਆਪਣੇ ਬਾਪ ਦੀ, ਪਾਪੇ ਦੀ, ਬਾਪੂ ਦੀ ਬੁੱਕਲ ਦੇ ਵਿੱਚ ਜਾਣਾ। ਹੁਣ ਸਿਆਣੀ ਮਾਂ ਕੀ ਕਰੇਗੀ? ਬੱਚਾ ਉਹ ਲਿਬੜਿਆ ਤਿਬੜਿਆ ਮਿੱਟੀ ਦੇ ਨਾਲ ਤੇ ਬਾਪ ਦੀ ਬੁੱਕਲ ਵਿੱਚ ਜਾ ਨਹੀਂ ਸਕਦਾ ਕਿਉਂਕਿ ਲਿਬੜਿਆ ਤਿਬੜਿਆ। ਇਸ ਕਰਕੇ ਮਾਂ ਕੀ ਕਰਦੀ ਹੈ? ਕਹਿੰਦੀ ਰੁਕ, ਜੇ ਤੂੰ ਜਾਣਾ ਹੀ ਚਾਹੁੰਦਾ ਨਾ ਰੁਕ। ਉਹਨੂੰ ਫਿਰ ਨਮਾਉਂਦੀ ਧਮਾਉਂਦੀ ਆ, ਫਿਰ ਉਹਦੇ ਸੋਹਣੇ ਕੱਪੜੇ ਪਾਉਂਦੀ ਆ, ਭਾਵ ਕਿ ਸਾਫ਼ ਕਰਦੀ ਹੈ ਤੇ ਪਿਤਾ ਦੀ ਬੁੱਕਲ 'ਚ ਬਹਿਣ ਜੋਗਾ ਕਰਕੇ ਕਹਿੰਦੀ ਹੈ, ਕਾਲਾ ਟਿੱਕਾ ਲਾ ਕੇ ਵੀ ਜਾ ਹੁਣ ਆਪਣੇ ਬਾਪੂ ਦੀ ਬੁੱਕਲ ਦੇ ਵਿੱਚ ਬਹਿ ਜਾ ਕੇ। ਇਸੇ ਤਰ੍ਹਾਂ ਗੁਰਬਾਣੀ ਸਾਡੀ ਸਾਰਿਆਂ ਦੀ ਮਾਂ ਤੇ ਅਸੀਂ ਸਾਰੇ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੱਚੇ ਆ ਤੇ ਉਹ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਸਾਡਾ ਸਾਰਿਆਂ ਦਾ ਬਾਪ ਆ
ਤੇ ਅਸੀਂ ਮਾਇਆ ਦੇ ਵਿੱਚ ਵਿਕਾਰਾਂ ਦੇ ਵਿੱਚ ਲਿਬੜੇ ਹੋਏ ਆ। ਮਨ ਨੂੰ ਜਿਵੇਂ ਗੁਰਬਾਣੀ ਨੇ, ਜਿਵੇਂ ਮਾਂ ਬੱਚੇ ਨੂੰ ਸਾਫ਼ ਕਰਕੇ ਪਿਤਾ ਦੀ ਬੁੱਕਲ ਦੇ ਵਿੱਚ ਭੇਜਦੀ ਹੈ, ਇਸੇ ਤਰ੍ਹਾਂ ਗੁਰਬਾਣੀ ਮਾਂ ਸਾਡੇ ਜਿਹੜੇ ਮਨ ਆ ਉਹ ਖਰਾਬ ਹੋ ਚੁੱਕੇ ਆ, ਮੈਲੇ ਹੋ ਚੁੱਕੇ ਆ। ਮਨ ਮੈਲੇ, ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਹ ਤਨਾਂ ਤੋਂ ਉੱਪਰ ਦੀ ਗੱਲ ਪਹੁੰਚ ਗਈ। ਮਨ ਨੂੰ ਜਿਹੜਾ ਹੈ ਸਵਾਰਨ ਵਾਸਤੇ ਸਾਨੂੰ ਗਿਆਨ ਦੀ ਜ਼ਰੂਰਤ ਆ। ਮਨ ਸਮਝਾਵਣ ਕਾਰਨੇ ਕਛੁਕ ਪੜ੍ਹੀਐ ਗਿਆਨ, ਸੋ ਗੁਰਬਾਣੀ ਮਾਂ ਮਨਾਂ ਨੂੰ ਸਵਾਰ ਕੇ ਪਰਮਾਤਮਾ ਵਾਹਿਗੁਰੂ ਦੀ ਬੁੱਕਲ ਵਿੱਚ ਪਹੁੰਚਣ ਜੋਗਾ ਕਰ ਦਿੰਦੀ ਹੈ। ਭਾਵ ਕਿ ਸਾਡੀ ਜਿਹੜੀ ਦੂਰੀ ਆ, ਸਾਡੀ ਜਿਹੜੀ ਵਿੱਥ ਪਈ ਹੋਈ ਆ ਪਰਮਾਤਮਾ ਵਾਹਿਗੁਰੂ ਤੋਂ, ਉਹ ਗੁਰਬਾਣੀ ਦੇ ਗਿਆਨ ਰਾਹੀਂ ਦੂਰ ਹੋ ਸਕਦੀ ਹੈ। ਅਸੀਂ ਆਨੰਦਿਤ ਜੀਵਨ ਬਤੀਤ ਕਰ ਸਕਦੇ ਹਾਂ। ਪਰ ਹੋਵੇਗਾ ਤਾਂ ਜੇ ਅਸੀਂ ਇੱਕ ਓੰਕਾਰ ਨਾਲ ਜੁੜ ਗਏ। ਜੇ ਹੇਠਾਂ ਹੇਠਾਂ ਰਹਿ ਗਏ ਫਿਰ ਉਹ ਗੱਲ ਨਹੀਂ ਬਣੇਗੀ। ਜਿਵੇਂ ਮੰਨ ਲਓ ਹੁਣ ਇੱਕ ਤਾਂ ਰਹਿੰਦੇ ਆਪਾਂ ਧਰਤੀ ਦੇ ਉੱਪਰ, ਬਹੁਤ ਸਾਰੇ ਲੋਕ ਆ, ਸਾਡਾ ਗਿਆਨ ਕਿੰਨਾ ਕਾ ਸਾਡਾ ਧਰਤੀ ਦੇ ਉੱਤੇ ਰਹਿੰਦਿਆਂ ਦਾ, ਗੁਆਂਢੀ ਦਾ ਨਹੀਂ ਪਤਾ ਵੀ ਗੁਆਂਢੀ ਦੇ ਕੀ ਹੋਈ ਜਾਂਦਾ। ਜਦੋਂ ਹੁਣ ਮੰਨ ਲਓ ਅਸੀਂ ਚੁਬਾਰਾ ਪਾ ਲਿਆ, ਫਿਰ 5-7 ਘਰ ਦਿਸਣ ਲੱਗ ਗਏ ਚੁਬਾਰੇ 'ਚ ਬਹਿ ਕੇ। ਮੰਨ ਲਓ ਹੋਰ ਉੱਚੇ ਹੋ ਗਏ, ਜਦੋਂ ਟੈਂਕੀ ਤੇ ਚੜ੍ਹ ਗਏ ਤਾਂ ਸਾਰਾ ਪਿੰਡ ਹੀ ਦਿਸਣ ਲੱਗ ਗਿਆ। ਇਸ ਤਰ੍ਹਾਂ ਜਿਵੇਂ ਜਿਵੇਂ ਸਾਡੀ ਸੁਰਤ ਉੱਚੀ ਹੁੰਦੀ ਜਾਊਗੀ, ਸਾਨੂੰ ਸਾਰਾ ਕੁਝ ਅਸਲੀਅਤ ਦਿਸਣ ਲੱਗ ਜਾਵੇਗੀ ਤੇ ਅਸੀਂ ਜੁੜਨਾ ਇੱਕ ਓੰਕਾਰ ਨਾਲ ਆ, ਪਰਮਾਤਮਾ ਨਾਲ, ਵਾਹਿਗੁਰੂ ਦੇ ਨਾਲ ਆ। ਅਗਰ ਥੱਲੇ ਰਹਿ ਗਏ ਫਿਰ ਉਹ ਗੱਲ ਨਹੀਂ ਬਣਨੀ। ਜਿਸ ਤਰ੍ਹਾਂ ਆਪਾਂ ਇੱਕ ਹੋਰ ਉਦਾਹਰਨ ਲੈ ਲਈਏ, ਜਿਵੇਂ ਇਹ ਇੱਕ ਪਾਣੀ ਦਾ ਪਤੀਲਾ ਧਰਿਆ ਹੋਇਆ, ਉਹਦੇ ਥੱਲੇ ਅੱਗ ਬਲ ਰਹੀ ਆ, ਤੇ ਹੁਣ ਉਹ ਨਹਾਉਣ ਜੋਗਾ ਪਾਣੀ ਤਾਂ ਛੇਤੀ ਹੀ ਹੋ ਜਾਊਗਾ, ਪਰ ਉਹ ਪੀਣ ਜੋਗਾ ਹੋਊਗਾ। ਉਹਦੇ ਕੀਟਾਣੂ ਤਾਂ ਮਰਨਗੇ ਜੇ ਉਹ 100% ਤੇ ਜਾ ਕੇ ਰਿੱਝਣ ਲੱਗੇਗਾ। 100% ਤੇ 100 ਡਿਗਰੀ ਤੇ ਜਾ ਕੇ ਉਹ ਰਿੱਝੇਗਾ ਤਾਂ ਫਿਰ ਉਹ ਜਿਹੜਾ ਹੈ ਵਧੀਆ ਪਾਣੀ ਬਣੇਗਾ। ਇਸੇ ਤਰ੍ਹਾਂ ਭਾਵ ਰਿੱਝਣ ਤੋਂ ਭਾਵ ਕੀ ਹੈ? ਗਿਆਨ ਦੇ ਨਾਲ ਅਸੀਂ ਸੁਰਤ ਨੂੰ ਉੱਚੀ ਕਰਦਿਆਂ ਇੱਕ ਓੰਕਾਰ ਵਾਹਿਗੁਰੂ ਤੱਕ ਪਹੁੰਚਣਾ। ਉਦੋਂ ਥੱਲੇ ਥੱਲੇ ਗੱਲ ਨਹੀਂ ਬਣਨੀ। ਇਹ ਸ਼ਬਦ ਦੇ ਵਿੱਚ ਇਹ ਸਮਝਾਇਆ ਜਾਏਗਾ। ਰਾਗ ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਸਮਝਾ ਰਹੇ ਹਨ, 6 ਕਰ 6 ਗੁਰ 6 ਉਪਦੇਸ, ਗੁਰ ਗੁਰ ਏਕੋ ਵੇਸ ਅਨੇਕ। ਭਾਈ ਦੇਖੋ ਇੱਥੇ 6 ਗੁਰ 6 ਸ਼ਾਸਤਰਾਂ ਦੀ ਗੱਲ ਕੀਤੀ ਗਈ ਹੈ। ਜਿਵੇਂ ਹੁਣ ਪਹਿਲਾਂ ਗੁਰੂ ਨਾਨਕ ਬਾਬਾ ਜੀ ਦੇ ਸਮੇਂ ਤੋਂ ਪਹਿਲਾਂ ਇਹ ਸ਼ਾਸਤਰਾਂ ਦਾ ਵਿਖਿਆਨ ਕੀਤਾ ਜਾਂਦਾ ਸੀ, ਵੇਦਾਂ ਦਾ ਵਿਖਿਆਨ ਕੀਤਾ ਜਾਂਦਾ ਸੀ। ਗੁਰੂ ਬਾਬਾ ਜੀ ਸਮਝਾ ਰਹੇ ਹਨ 6 ਜਿਹੜੇ ਸ਼ਾਸਤਰ ਆ, 6 ਘਰ 6 ਗੁਰ 6 ਉਪਦੇਸ਼। ਇਹਨਾਂ ਦੇ ਉਪਦੇਸ਼ ਵੀ 6ਾਂ ਦੇ ਵੱਖਰੇ ਵੱਖਰੇ ਆ। ਜਿਸ ਤਰ੍ਹਾਂ ਜੋ ਪਹਿਲਾ ਸ਼ਾਸਤਰ ਆ ਉਹ ਸਾਂਖਿਆ ਸ਼ਾਸਤਰ ਮੰਨਿਆ ਜਾਂਦਾ, ਜੋ ਕਪਲ ਮੁਨੀ ਜੀ ਨੇ ਲਿਖਿਆ। ਦੂਜਾ ਸ਼ਾਸਤਰ ਆ ਜਿਹੜਾ ਨਿਆਏ ਸ਼ਾਸਤਰ ਆ, ਗੌਤਮ ਰਿਖੀ ਜੀ ਨੇ ਲਿਖਿਆ। ਤੀਜਾ ਵਿਸ਼ੇਸ਼ਕ ਸ਼ਾਸਤਰ ਆ ਜੋ ਕੁਣਾਦ ਰਿਖੀ ਜੀ ਨੇ ਲਿਖਿਆ। ਚੌਥਾ ਮੀਸਾਂਸਾ ਸ਼ਾਸਤਰ ਆ ਜੋ ਜੈਮਨ ਰਿਖੀ ਜੀ ਨੇ ਲਿਖਿਆ। ਪੰਜਵਾਂ ਯੋਗ ਸ਼ਾਸਤਰ ਆ ਜੋ ਪਤੰਜਲ ਰਿਖੀ ਜੀ ਨੇ ਲਿਖਿਆ। ਤੇ 6ਵਾਂ ਜਿਹੜਾ ਵਿਧਾਂਤ ਸ਼ਾਸਤਰ ਆ ਜੋ ਵਿਆਸ ਭਗਵਾਨ ਜੀ ਨੇ ਲਿਖਿਆ। ਇਹ 6 ਸ਼ਾਸਤਰ ਆ ਤੇ 6ਾਂ ਦਾ ਹੀ ਵੱਖਰੇ ਵੱਖਰੇ ਲਿਖਣ ਵਾਲੇ ਆ ਤੇ 6ਾਂ ਦੇ ਵੱਖਰੇ ਵੱਖਰੇ ਹੀ ਉਪਦੇਸ਼ ਆ। ਇਹ ਸਾਰਾ ਕੁਝ ਪਹਿਲਾਂ ਜਿਹੜਾ ਸਮਝਿਆ ਜਾਂਦਾ ਸੀ ਧਾਰਮਿਕ ਖੇਤਰ ਵਿੱਚ, ਗੁਰੂ ਬਾਬਾ ਜੀ ਸਮਝਾ ਰਹੇ ਹਨ ਇਹਨਾਂ 6ਾਂ ਤੋਂ ਅਸੀਂ ਉੱਪਰ ਉੱਠਣਾ। ਕਿਉਂਕਿ ਜੋ 6 ਸਮਝਾ ਰਹੇ ਆ, ਹੁਣ 6 ਰਸਤੇ ਆ। ਇਹ ਰਸਤੇ ਤਾਂ ਲੱਖਾਂ ਹੀ ਹੋ ਸਕਦੇ ਆ। ਅਸੀਂ ਟੌਪ ਤੇ ਪਹੁੰਚਣਾ, ਉੱਪਰ ਜਾਣਾ। ਮਾਂ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਕੋਈ ਆਪਣੇ ਧਰਮ ਦੇ ਮੁਤਾਬਕ ਉੱਚੇ ਚੜ੍ਹ ਕੇ ਇਹ ਸੰਤ ਦੀ ਪਦਵੀ ਜਿਹੜੀ ਹੈ ਪ੍ਰਾਪਤ ਕਰਦਾ। ਸ਼ੁਭ ਗੁਣਾਂ ਦਾ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ, ਪਰ ਰਸਤੇ ਵੱਖਰੇ ਵੱਖਰੇ ਆ। 6 ਨਹੀਂ, 6 ਤਾਂ ਇੱਥੇ ਭਾਰਤ ਦੇ ਵਿੱਚ ਹੀ ਸੀ ਜੋ ਮੰਨੇ ਜਾਂਦੇ ਸੀ ਗੁਰੂ ਨਾਨਕ ਬਾਬਾ ਜੀ ਤੋਂ ਪਹਿਲਾਂ। ਉਸ ਤੋਂ ਬਾਅਦ ਗੋਰਿਆਂ ਦਾ ਰਸਤਾ ਵੱਖਰਾ ਹੋਵੇਗਾ, ਕਾਲਿਆਂ ਦਾ ਵੱਖਰਾ, ਹੋਰ ਦੁਨੀਆ ਪਤਾ ਨਹੀਂ ਕਿੰਨੀ ਕਾ। ਭਾਵ ਕੀ ਆ? ਉਹ ਟੌਪ ਤੇ ਚੱਲਣਾ, ਆਪਣੀ ਦੂਰੀ ਨੂੰ ਖਤਮ ਕਰਨਾ, ਆਪਣੇ ਦੱਸੇ ਹੋਏ ਰਸਤੇ ਤੇ ਚੱਲ ਕੇ
देखो जे आपां जिवें हुण ये पौड़ियां, एक पौड़ियां चढ़ के उपर जाना, उपर मंजिल आ कोई, जिवें कोठा ला लो, एक विचाले कोठा पिया होया, उहनूं चारे पासिਆਂ ਤੋਂ पौड़ियां लगियां, कोई ज़्यादा तिखियां वा, कोई थोड़ियां टेपर आ, ਜਿਹੜੇ ਹੌਲੀ ਚੱਲਣ ਵਾਲੇ ਆ ਉਹ ਥੋੜੀਆਂ ਟੇਪਰ ਪੌੜੀਆਂ ਤੋਂ ਦੀ ਚੜ੍ਹ ਜਾਂਦੇ ਆ, ਜਿਹੜੇ ਨੌਜਵਾਨ ਆ ਜਿਹੜੇ ਤਾਕਤਵਰ ਆ ਉਹ ਸਿੱਧੀਆਂ ਪੌੜੀਆਂ ਤੋਂ ਦੀ ਚੜ੍ਹ ਜਾਂਦੇ ਆ। ਮਕਸਦ ਕੀ ਹੈ? ਉਹ ਕੋਠੇ ਦੇ ਉੱਪਰ ਜਾਣਾ। ਇਸੇ ਤਰ੍ਹਾਂ ਜੋ ਵੀ ਅਸੀਂ ਧਰਮ ਕਰਮ ਕਰਦੇ ਹਾਂ, ਇਹਦਾ ਮਕਸਦ ਕੀ ਹੈ ਕਿ ਇੱਕ ਓੰਕਾਰ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਣਾ। ਉਦੋਂ ਬਾਅਦ ਫਿਰ ਜਿਹੜੇ ਸਹੀ ਸੱਚੇ ਭਗਤ ਹੋਣਗੇ ਉਹ ਦਿਸਣ ਲੱਗ ਜਾਣਗੇ। ਜਿਵੇਂ ਹੁਣ ਧਰਮਾਂ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਬਾਬਾ ਜੀ ਨੇ ਭਾਈ ਮਰਦਾਨਾ ਜੀ ਨੂੰ ਲਿਆ, ਉਹਦਾ ਮੁਸਲਮਾਨ ਧਰਮ ਸੀ, ਪਰ ਉਹ ਆਪਣੇ ਧਰਮ ਦੇ ਮੁਤਾਬਕ ਪਹੁੰਚਿਆ ਹੋਇਆ ਸੀ, ਸੱਚਾ ਸੀ। ਉਹ ਜਗ੍ਹਾ 'ਤੇ ਜਿਹੜਾ ਹੈ ਜਿੱਥੇ ਪਹੁੰਚਣਾ ਸੀ, ਜੋ ਦਇਆ ਧਰਮ ਜੋ ਉਹਦੇ ਅੰਦਰ ਗੁਣ ਹੋਣੇ ਚਾਹੀਦੇ ਸੀ, ਬਾਬਾ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਉਹ ਦਿਸੇ। ਉਹ ਪਰਉਪਕਾਰੀ ਸੀ, ਉਹ ਕਰ ਸਕਦੇ ਸੀ। ਇਸੇ ਤਰ੍ਹਾਂ ਆਪਾਂ ਅੱਗੇ ਦੇਖਦੇ ਹਾਂ, ਭਾਵ ਕਿ ਸਿੱਖ ਧਰਮ ਵੱਲ ਜਦੋਂ ਨਿਗਾਹ ਮਾਰੀਏ, ਅਨੇਕਾਂ ਹੀ ਮੁਸਲਮਾਨ ਵੀਰਾਂ ਨੇ ਸਿੱਖ ਗੁਰੂਆਂ ਦੇ ਨਾਲ ਕੁਰਬਾਨੀਆਂ ਕੀਤੀਆਂ। ਪੀਰ ਬੁੱਧੂ ਸ਼ਾਹ ਨੇ ਦਸ਼ਮੇਸ਼ ਪਿਤਾ ਜੀ ਦਾ ਸਾਥ ਦਿੱਤਾ। ਉਹ ਸਾਰੇ ਕੌਣ ਸੀ? ਉਹ ਸਾਰੇ ਪਹੁੰਚੇ ਹੋਏ ਭਗਤ ਸੀ। ਇਸੇ ਤਰ੍ਹਾਂ ਹੀ ਆਪਾਂ ਦੇਖ ਲਈਏ ਆ ਨੌਵੇਂ ਪਾਤਸ਼ਾਹ ਜੀ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਇਹ ਤਿੰਨੇ ਕੌਣ ਸਨ? ਹਿੰਦੂ ਪਰਿਵਾਰ ਦੇ ਵਿੱਚੋਂ ਸਨ। ਭਾਵ ਕਿ ਜਿਹੜੇ ਸੱਚ ਤੱਕ ਪਹੁੰਚ ਜਾਂਦੇ ਆ, ਇੱਥੇ ਉੱਪਰਲੀਆਂ ਗੱਲਾਂ ਸਮਝਾਈਆਂ ਗਈਆਂ। ਇੱਕ ਓੰਕਾਰ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਜੁੜਨਾ, ਪਰ ਜੁੜਨਾ ਆਪਣੇ ਆਪਣੇ ਸਾਧਨਾਂ ਦੇ ਮੁਤਾਬਕ ਆ। ਜਿਸ ਤਰ੍ਹਾਂ ਐਂ ਸਮਝ ਲਈਏ ਆਪਾਂ, ਕਈ ਵਾਰੀ ਭੁਲੇਖਾ ਵੀ ਪੈ ਜਾਂਦਾ ਕਿ ਫਿਰ ਸਾਰਾ ਕੁਝ ਇੱਕੋ ਹੀ ਕਿਉਂ ਨਹੀਂ, ਫਿਰ ਨਫ਼ਰਤ ਕੀ ਹੋ ਗਈ, ਕਿੱਥੇ ਰਹਿ ਗਿਆ ਫਰਕ। ਉਹ ਇਸ ਤਰ੍ਹਾਂ ਸਮਝ ਲਈਏ ਵੀ ਇੱਕ ਸਮੁੰਦਰ ਆ। ਹੁਣ ਸਮੁੰਦਰ ਦੇ ਵਿੱਚ ਸਾਰੇ ਨਦੀਆਂ ਨਾਲਿਆਂ ਨੇ ਢਲ ਕੇ ਸਮੁੰਦਰ ਦੇ ਵਿੱਚ ਪੈਣਾ। ਸਾਰੇ ਨਦੀਆਂ ਨਾਲਿਆਂ ਦਾ ਮਕਸਦ ਕੀ ਹੈ? ਸਮੁੰਦਰ। ਹੁਣ ਸਮੁੰਦਰ ਦੇ ਵਿੱਚ ਪੈ ਕੇ ਸਾਰੇ ਨਦੀਆਂ ਨਾਲੇ ਛੋਟੇ ਵੱਡੇ ਇੱਕ ਹੋ ਗਏ, ਏਕਤਾ ਹੋ ਗਈ। ਉੱਥੇ ਸਮੁੰਦਰ ਦੇ ਵਿੱਚ ਪਹੁੰਚ ਕੇ ਏਕਤਾ ਹੋਈ। ਅਗਰ ਪਹਿਲਾਂ ਹੀ ਏਕਤਾ ਹੋ ਜਾਵੇ ਫਿਰ ਕੀ ਹੋਵੇਗਾ? ਅਗਰ ਨਦੀਆਂ ਨਾਲੇ ਪਹਿਲਾਂ ਹੀ ਮਿਲ ਜਾਣ ਫਿਰ ਕੀ ਹੋਊਗਾ? ਫਿਰ ਹੜ੍ਹ ਆਊਗਾ। ਹੜ੍ਹ ਆਊਗਾ ਤਾਂ ਉਹ ਸਾਰੀ ਬਰਬਾਦੀ ਹੋ ਜਾਵੇਗੀ। ਇਸੇ ਤਰ੍ਹਾਂ ਨਦੀਆਂ ਨਾਲੇ ਜਿਵੇਂ ਦੋ ਕਿਨਾਰਿਆਂ ਦੇ ਵਿੱਚ ਦੀ ਪਾਣੀ ਚੱਲਦਾ, ਇਸੇ ਤਰ੍ਹਾਂ ਆਪਣੇ ਆਪਣੇ ਧਰਮ ਮੁਤਾਬਕ ਚੱਲ ਕੇ ਅਸੀਂ ਉਹ ਪ੍ਰਮਾਤਮਾ ਰੂਪੀ ਸਮੁੰਦਰ ਤੱਕ ਪਹੁੰਚਣਾ। ਭਾਵੇਂ 6 ਲਾ ਲਓ ਤੇ ਭਾਵੇਂ 600 ਲਾ ਲਓ, ਜਾਂ ਇਸ ਤਰ੍ਹਾਂ ਸਮਝ ਲਈਏ ਵੀ ਇੱਕ ਓੰਕਾਰ ਤੱਕ ਇਹ ਮੰਜ਼ਿਲ ਆ ਸਾਰੇ ਜੀਵਾਂ ਦੀ। ਉਦੋਂ ਬਾਅਦ ਜਿਹੜਾ ਹੈ ਤਿੰਨ ਬਣ ਗਈਆਂ, ਤਿੰਨ ਸ਼ਕਤੀਆਂ ਬਣ ਗਈਆਂ ਹਿੰਦੂ ਧਰਮ ਦੇ ਵਿੱਚ ਮੰਨੀਆਂ ਜਾਂਦੀਆਂ। ਉਦੋਂ ਬਾਅਦ 33 ਕਰੋੜ ਬਣ ਗਏ। ਹੁਣ ਜੇ ਇੱਕ ਓੰਕਾਰ ਤੱਕ ਪਹੁੰਚਣਾ, ਜੇ ਤਾਂ 33 ਕਰੋੜਾਂ 'ਚ ਕੋਈ ਅਣਜਿਆ ਰਿਹਾ ਤਾਂ ਇੱਕ ਓੰਕਾਰ ਤੱਕ ਨਹੀਂ ਪਹੁੰਚੇਗਾ। 33 ਕਰੋੜਾਂ ਤੋਂ ਉੱਪਰ ਹੋ ਗਿਆ, ਤਿੰਨ ਸ਼ਕਤੀਆਂ ਨੂੰ ਸਮਝ ਲਿਆ, ਉਹ ਉਹਨਾਂ ਨਾਲ ਤਾਂ ਉੱਪਰ ਹੋ ਗਿਆ ਪਰ ਪ੍ਰਮਾਤਮਾ ਦੇ ਨਾਲ ਨਹੀਂ ਮਿਲਿਆ। ਜਿਹੜਾ 33 ਕਰੋੜ ਤੋਂ ਉੱਪਰ ਹੋ ਗਿਆ ਤਿੰਨਾਂ ਤੱਕ, ਤਿੰਨਾਂ ਤੋਂ ਵੀ ਉੱਪਰ ਹੋ ਗਿਆ ਇੱਕ ਪਰਮਾਤਮਾ ਤੱਕ। ਇੱਥੇ ਤੱਕ ਪਹੁੰਚਣਾ, ਇੱਥੇ ਤੱਕ ਪਹੁੰਚ ਕੇ ਇੱਕ ਸਿੱਖ ਦੀ ਅਵਸਥਾ ਜਿਹੜੀ ਬਣ ਜਾਂਦੀ ਹੈ। ਉੱਥੇ ਫਿਰ ਨਫ਼ਰਤਾਂ, ਝਗੜੇ, ਝੇੜੇ, ਤੂੰ ਛੋਟਾ ਮੈਂ ਵੱਡਾ, ਮੇਰੀ ਪੌੜੀ ਵਧੀਆ। ਹੁਣ ਦੇਖੋ ਮਕਸਦ ਤਾਂ ਹੈਗਾ ਪਹੁੰਚਣਾ ਪੌੜੀ ਚੜ੍ਹ ਕੇ, ਤੇ ਜੇ ਅਸੀਂ ਪੌੜੀਓ ਪੌੜੀ ਜ਼ਿਆਦਾਤਰ ਕੀ ਹੋ ਰਿਹਾ, ਅਸੀਂ ਪੌੜੀਓ ਪੌੜੀ ਹੋਈ ਜਾਂਦੇ ਹਾਂ। ਜੇ ਇੱਕ ਥੋੜ੍ਹਾ ਜਿਹਾ ਅੱਗੇ ਨੂੰ ਜਾਂਦਾ ਨਾ, ਉਹਦੀ ਫਿਰ ਪੌੜੀ ਖਿੱਚਦੇ ਹਾਂ। ਫਿਰ ਆਪ ਦਾ ਨਹੀਂ ਦੇਖਦੇ ਕਿ ਉਹ ਚੱਲਿਆ ਤੇ ਮੈਂ ਆਪਣੀ ਪੌੜੀ ਤੋਂ ਦੀ ਚੱਲਾਂ। ਨਹੀਂ, ਇਹਦੀ ਪੌੜੀ ਮਾੜੀ ਆ, ਇਹ ਫਲਾਨਾ ਪੌੜੀਓ ਪੌੜੀ ਹੋਏ ਪਏ ਆ। ਜੇ ਕੋਈ ਇੱਕ ਚੜ੍ਹਦਾ ਦੂਜਾ ਸੜ ਦਿੰਦਾ, ਦੂਜਾ ਚੜ੍ਹਦਾ ਤੀਜਾ ਸੜ ਦਿੰਦਾ। ਪਰ ਨਹੀਂ, ਗੁਰੂ ਬਾਬਾ ਜੀ ਸਮਝਾ ਰਹੇ ਹਨ ਆਪਣੇ ਆਪਣੇ ਗਿਆਨ ਮੁਤਾਬਕ ਅਸੀਂ ਸਿੱਖਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਹੋਏ ਰਸਤੇ 'ਤੇ ਚੱਲ ਕੇ ਉਹ ਇੱਕ ਓੰਕਾਰ ਤੱਕ ਪਰਮਾਤਮਾ ਤੱਕ ਪਹੁੰਚਣਾ। ਨਹੀਂ ਤਾਂ ਭਾਈ 6 ਜਿਹੜੇ ਘਰ ਆ, 6 ਘਰ, 6 ਗੁਰ, 6ਾਂ ਦੇ ਅੱਡੋ ਅੱਡੀ ਜਿਹੜੇ ਗੁਰੂ ਆ, ਜਿਵੇਂ ਆਪਾਂ ਸਮਝਿਆ ਹੁਣ, ਤੇ 6 ਉਪਦੇਸ਼, 6ਾਂ ਦੇ ਆਪਸ ਵਿੱਚ ਉਪਦੇਸ਼ ਆ ਜਿਹੜੇ ਮਿਲਦੇ ਨਹੀਂ। ਇਹ 6 ਹੀ ਉਪਦੇਸ਼ ਆ। ਗੁਰ ਗੁਰ ਏਕੋ ਵੇਸ ਅਨੇਕ। ਪਰ ਗੁਰੂ ਬਾਬਾ ਜੀ ਸਮਝਾ ਰਹੇ ਹਨ ਗੁਰ ਗੁਰ, ਗੁਰੂ ਗੁਰੂ ਇੱਕੋ। ਉਹ ਇੱਕ ਓੰਕਾਰ ਪ੍ਰਮਾਤਮਾ ਵਾਹਿਗੁਰੂ ਇੱਕੋ ਹੀ ਹੈ, ਤੇ ਵੇਸ ਅਨੇਕ।
ਉਹਦੇ ਤਰੀਕੇ ਜਪਣ ਦੇ ਪਿੱਛੇ ਵੀ ਆਪਾਂ ਸਮਝ ਕੇ ਆਏ ਹਾਂ ਕਿ ਆਪਣੇ ਆਪਣੇ ਢੰਗ ਦੇ ਨਾਲ ਸਾਰੇ ਉਹਨੂੰ ਗਾ ਰਹੇ ਆ ਵਾਹਿਗੁਰੂ ਨੂੰ। ਪਹੁੰਚਣ ਦੇ ਰਸਤੇ ਵਿਸ਼ੇਸ਼ ਆ, ਲੱਖਾਂ ਹੀ ਆ, ਵੱਖਰੇ ਵੱਖਰੇ ਆ, ਪਰ ਪਹੁੰਚਣਾ ਕਿੱਥੇ ਆ? ਉਹ ਇੱਕੋ ਹੀ ਹੈ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਇੱਕ ਓੰਕਾਰ, ਉਹ ਇੱਕੋ ਹੀ ਹੈ ਭਾਈ। 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਅਨੇਕਾਂ ਰਸਤੇ ਆ ਉਹ ਪਰਮਾਤਮਾ ਵਾਹਿਗੁਰੂ ਤੱਕ ਪਹੁੰਚਣ ਦੇ, ਪਰ ਉਹ ਗੁਰੂ ਪਰਮਾਤਮਾ, ਗੁਰੂਆਂ ਦਾ ਗੁਰੂ ਵਾਹਿਗੁਰੂ ਇੱਕੋ ਹੀ ਹੈ ਭਾਈ। ਬਾਬਾ ਜੈ ਕਰ ਕਰਤੇ ਕੀਰਤ ਹੋਏ। ਹੇ ਬਾਬਾ, ਹੇ ਮੇਰੇ ਮਨਾ, ਜੈ ਘਰ, ਜਿਸ ਹਿਰਦੇ ਘਰ ਵਿੱਚ ਕਰਤੇ ਕੀਰਤ ਹੋਏ। ਹੁਣ ਇਹ ਵੀ ਗੱਲ ਸਮਝਣ ਵਾਲੀ ਹੈ, ਕਰਤੇ ਦੀ ਕੀਰਤ ਹੋਵੇ। ਕਿਰਤ ਦੀ ਬਹੁਤੇ ਥਾਵਾਂ ਤੇ ਕਿਰਤ ਦੀ ਪੂਜਾ ਕੀਤੀ ਜਾ ਰਹੀ ਹੈ। ਕਿਰਤ ਬਣਾ ਕੇ ਆਪਦੇ ਹੱਥੀਂ ਹੀ ਬਣਾ ਲਿਆ ਕੋਈ ਸਥਾਨ, ਆਪੇ ਹੀ ਉਹਦੀ ਪੂਜਾ ਕਰਨ ਲੱਗ ਗਏ। ਗੁਰੂ ਬਾਬਾ ਜੀ ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਕਿਰਤਾਂ ਦੇ ਵਿੱਚ ਹੀ ਕਿਰਤਾਂ ਫਸੀਆਂ ਹੋਈਆਂ। ਕਿਰਤ ਤੋਂ ਉੱਪਰ ਉੱਠਣਾ, ਕਰਤੇ ਤੱਕ ਪਹੁੰਚਣਾ, ਮਟੀਰੀਅਲ ਵਰਲਡ ਤੋਂ ਦਿਖਦੇ ਤੋਂ ਅਣਦਿਖਦੇ ਤੱਕ ਜਾਣਾ। ਜਿਹਦੇ ਘਰ ਵਿੱਚ, ਜਿੱਥੇ ਜਿਸ ਸਤਸੰਗ ਘਰ ਵਿੱਚ ਦੇਖੋ ਸਾਰਾ ਕੁਝ ਐਨ ਸਾਫ਼ ਹੋ ਜਾਣਾ। ਜੇ ਗੁਰਬਾਣੀ ਨੂੰ ਸਮਝੀ ਜਾਈਏ ਨਾ, ਐਨ ਕਲੀਅਰ ਹੋ ਜਾਣੀਆਂ ਗੱਲਾਂ। ਹੁਣ ਸਤਸੰਗ ਤਾਂ ਬਹੁਤ ਥਾਵਾਂ 'ਤੇ ਹੋ ਰਹੇ ਆ, ਪਰ ਗੁਰੂ ਬਾਬਾ ਜੀ ਸਮਝਾ ਰਹੇ ਜਿੱਥੇ ਕਰਤੇ ਦੀ ਵਡਿਆਈ ਹੋ ਰਹੀ ਹੈ, ਪਰਮਾਤਮਾ ਦੀ ਨਹੀਂ। ਆਮ ਤੌਰ 'ਤੇ ਤਾਂ ਦੁਨੀਆ ਇੱਕ ਦੂਜੇ ਨੂੰ ਹੀ ਵਡਿਆਈ ਜਾਂਦੀ ਹੈ ਕਿ ਸਾਡੇ ਬਾਬਾ ਜੀ ਆਏ ਆ, ਉਹ ਦੂਜੇ ਕਹਿੰਦੇ ਸਾਡੇ ਬਾਬਾ ਜੀ ਆਏ ਆ, ਤੀਜੇ ਕਹਿੰਦੇ ਸਾਡੇ। ਇਹ ਸਾਰੇ ਕਾਸੇ ਤੋਂ ਠੀਕ ਹੈ, ਸਤਿਕਾਰਯੋਗ ਆ ਸਾਰੇ। ਮਾਂ ਪਿਓ ਵੀ ਸਾਡੇ ਸਤਿਕਾਰਯੋਗ ਆ, ਸਾਡੇ ਨਗਰ ਦੇ ਬਜ਼ੁਰਗ ਆ ਜਿਹੜੇ ਭਾਵੇਂ ਅਨਪੜ੍ਹ ਹੀ ਹੋਣ ਉਹ ਵੀ ਸਤਿਕਾਰਯੋਗ ਆ। ਸਤਿਕਾਰਯੋਗ ਸਾਰੇ ਹੀ ਹੈ, ਪਰ ਅਸਲ ਗੱਲ ਆ, ਜੋ ਅਸਲ ਕਹਾਣੀ ਆ, ਸਾਨੂੰ ਸਿੱਖਾਂ ਨੂੰ ਗੁਰਬਾਣੀ ਦੇ ਲੜ ਲਾਇਆ। ਅਸੀਂ ਗੁਰਬਾਣੀ ਪੜ੍ਹਨੀ, ਸੁਣਨੀ, ਸਮਝਣੀ ਹੈ। ਸਭ ਤੋਂ ਪਹਿਲੇ ਨੰਬਰ 'ਤੇ ਗੁਰਬਾਣੀ ਦੀ ਗੱਲ ਨੂੰ ਰੱਖਣਾ। ਜੋ ਗੁਰਬਾਣੀ ਨਾਲ ਮੇਲ ਖਾਂਦੇ ਆ ਆਪੇ ਹੀ ਸਤਿਕਾਰਯੋਗ ਹੋਈ ਜਾਣੇ ਆ। ਜੋ ਗੁਰਬਾਣੀ ਤੋਂ ਪਾਸੇ ਆ ਉਹ ਫਿਰ ਆਪੇ ਹੀ ਨਫ਼ਰਤ ਦੇ ਪਾਤਰ ਬਣੀ ਜਾਣੇ ਆ। ਬਾਬਾ ਜੈ ਘਰ ਕਰਤੇ ਕੀਰਤ ਹੋਏ। ਹੇ ਬਾਬਾ, ਹੇ ਮੇਰੇ ਮਨਾ, ਜਿਸ ਘਰ ਵਿੱਚ ਉਹ ਕਰਤੇ ਦੀ ਕੀਰਤੀ ਹੁੰਦੀ ਹੈ, ਵਡਿਆਈ ਹੁੰਦੀ ਹੈ, ਸੋ ਘਰ ਰਾਖ ਵਡਾਈ ਤੋਏ ਰਹਾਓ। ਉਹ ਘਰ ਵਿੱਚ ਕਰਤਾ ਰੱਖਿਆ ਕਰਦਾ, ਉਹ ਰੁੜਦਾ ਨਹੀਂ ਹੈ। ਉਹ ਜਿਹੜਾ ਸਮੁੰਦਰ ਦੇ ਆਪਣੇ ਛੱਲਾਂ ਆਉਂਦੀਆਂ ਜਦੋਂ, ਤਾਂ ਨੇੜੇ ਨੇੜੇ ਦੇ ਘਰ ਸਾਰੇ ਰੋੜ ਕੇ ਲੈ ਜਾਂਦੀਆਂ ਜੋ ਸਮੁੰਦਰ ਦੇ ਕਿਨਾਰੇ ਬਣੇ ਆ। ਜਿਹੜਾ ਘਰ ਪੱਕਾ ਬਣਿਆ ਉਹ ਸਮੁੰਦਰ ਦੇ ਜਿਹੜੇ ਆ ਛੱਲਾਂ ਉਹਨੂੰ ਰੋੜ ਨਹੀਂ ਸਕਦੀਆਂ। ਜਿਹੜਾ ਹੁਣ ਕਿਰਤ ਦੇ ਨਾਲ ਜੁੜਿਆ ਉਹਨੂੰ ਕੋਈ ਵੀ ਰੋੜ ਸਕਦਾ। ਕੋਈ ਵੀ ਉਦੋਂ ਅਗਲਾ ਮਿਲ ਗਿਆ, ਉਦੋਂ ਅਗਲਾ ਮਿਲ ਗਿਆ, ਸਾਰੀ ਉਮਰ ਬੰਦੇ ਦੀ ਆਈ ਲੰਘ ਜਾਂਦੀ ਆ। ਉਹਨੇ 4 ਗੱਲਾਂ ਵਧੀਆ ਸੁਣਾਤੀਆਂ, ਫਿਰ ਉਦੋਂ ਗਾਂਹ ਵਾਲੇ ਨੇ ਸੁਣਾਤੀਆਂ, ਹੋਰ ਅੱਗੇ ਹੋਰ ਆਈ ਬੰਦਾ ਰੁਲਿਆ ਰਹਿੰਦਾ। ਪਰ ਜਿਹੜੇ ਕਰਮਾਂ ਵਾਲੇ ਆ, ਭਾਗਾਂ ਵਾਲੇ ਆ, ਇੱਥੇ ਗੁਰੂਆਂ ਦਾ ਸਤਿਕਾਰ ਬਹੁਤ ਜ਼ਿਆਦਾ ਬਣ ਜਾਂਦਾ, ਸਾਡੇ ਗੁਰੂ ਸਾਹਿਬਾਨਾਂ ਦਾ ਤੇ ਸਾਡੇ ਸ਼ਹੀਦ ਸਿੰਘਾਂ ਸਿੰਘਣੀਆਂ ਦਾ, ਜਿਨ੍ਹਾਂ ਨੇ ਐਡੀ ਕਿਰਪਾ ਕਰਕੇ, ਐਡੀ ਕੁਰਬਾਨੀ ਕਰਕੇ ਸਾਡੇ ਤੱਕ ਇਹ ਗਿਆਨ ਪਹੁੰਚਾ ਦਿੱਤਾ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਇਹ ਤੇਰੀ ਵਡਿਆਈ ਆ। ਉਹ ਘਰ ਰੱਖਿਆ ਜਾਂਦਾ ਵਿਕਾਰਾਂ ਵਾਲੇ ਪਾਸਿਓਂ, ਉਹ ਹਿਰਦਾ ਬਚ ਜਾਂਦਾ। ਉਹ ਮਨੁੱਖ ਜੋ ਕਰਤੇ ਨਾਲ ਜੁੜ ਜਾਂਦਾ, ਜੋ ਪਰਮਾਤਮਾ ਨਾਲ ਜੁੜ ਜਾਂਦਾ, ਜੋ ਕਿਰਤ ਤੋਂ ਉੱਪਰ ਹੋ ਜਾਂਦਾ, ਜੋ ਸਰੀਰਾਂ ਤੋਂ ਉੱਪਰ ਹੋ ਜਾਂਦਾ, ਨਿਰੰਕਾਰ ਨਾਲ ਜੁੜ ਜਾਂਦਾ, ਉਹ ਵਡਿਆਈ ਦਾ ਪਾਤਰ ਬਣ ਜਾਂਦਾ। ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਆਪ ਹੱਥ ਦੇ ਕੇ ਰੱਖਦੇ ਆ, ਉਹਦੀ ਰੱਖਿਆ ਹੁੰਦੀ ਆ। ਫਿਰ ਜਿਹੜਾ ਕਰਤੇ ਦੀਆਂ ਵਡਿਆਈਆਂ ਕਰਦਾ, ਜਿਹੜਾ ਕਿਰਤ ਦੀਆਂ ਕਰਦਾ, ਉਹ ਮਾਇਆ ਦੇ ਵਿੱਚ ਹੀ ਆ, ਕਿਉਂਕਿ ਮਾਇਆ ਦੀ ਖਾਤਰ ਹੀ ਸਾਰਾ ਕੁਝ। ਜ਼ਿਆਦਾ 90% ਧਾਰਮਿਕ ਕੰਮ ਆ ਨਾ ਜਿਹੜੇ, ਬਲਕਿ 95 ਵਾਹਿਗੁਰੂ ਕਹਿ ਦਈਏ, ਇਹ ਸਾਰੇ ਮਾਇਆ ਦੀ ਖਾਤਰ ਹੀ ਹੋ ਰਹੇ ਆ। ਕਿਰਤ ਦੇ ਵਿੱਚ ਹੀ ਕਿਰਤ ਅਲਝੀ ਹੋਈ ਹੈ। ਕਿਰਤ ਨੂੰ ਛੱਡ ਕੇ ਕਰਤੇ ਵੱਲ ਨੂੰ ਨਹੀਂ ਜਾਇਆ ਜਾ ਰਿਹਾ, ਤੇ ਜਿਹੜਾ ਕਰਤੇ ਵੱਲ ਨੂੰ ਚਲਿਆ ਜਾਂਦਾ ਉਹ ਹਿਰਦਾ ਘਰ ਬਚ ਜਾਂਦਾ, ਉਹ ਗੁਰਮੁਖ ਬਣ ਜਾਂਦਾ, ਉਹ ਸੰਤ ਬਣ ਜਾਂਦਾ, ਉਹ ਸਾਧੂ ਬਣ ਜਾਂਦਾ, ਉਹ ਵਿਕਾਰਾਂ ਵਾਲੇ ਪਾਸੇ ਨਹੀਂ ਰੁੜਦਾ ਜੀ ਰਹਾਓ। ਵਿਸੂਏ ਚਸਿਆਂ ਘੜੀਆਂ ਪਹਿਰਾਂ ਥਿੱਤੀ ਬਾਰੀ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ,
ਨਾਨਕ ਕਰਤੇ ਕੇ ਕੀਤੇ ਵੇਸ। ਗੁਰੂ ਬਾਬਾ ਜੀ ਅੱਗੇ ਸਮਝਾ ਰਹੇ ਹਨ। ਦੇਖੋ ਭਾਈ, ਉਦਾਹਰਨਾਂ ਦੇ ਨਾਲ ਸਾਨੂੰ ਸਮਝਾਇਆ ਜਾ ਰਿਹਾ। ਪਹਿਲਾਂ ਵੀ ਉਦਾਹਰਨ ਦਿੱਤੀ ਸੀ, ਹੁਣ ਵੀ ਜਿਹੜੀ ਉਦਾਹਰਨ ਬਖਸ਼ਿਸ਼ ਕਰ ਰਹੇ ਹਨ। ਦੇਖੋ ਭਾਈ ਗੁਰਮੁਖ ਪਿਆਰਿਓ, ਥੋੜ੍ਹਾ ਜਿਹਾ ਧਿਆਨ ਲਾਓ। ਵਿਸੂਏ, ਚਸਿਆਂ, ਘੜੀਆਂ, ਪਹਿਰਾਂ, ਥਿੱਤੀ, ਤਰੀਕਾਂ, ਬਾਰੀ, ਬਾਰ, ਮਾਹ, ਮਹੀਨਾ, ਇਹ ਸਾਰਾ ਕੁਝ ਹੁੰਦਾ। ਇਹ ਪੁਰਾਣਾ ਜਿਹੜਾ ਨਾ ਸਮਾਂ, ਇਹ ਜਿਹੜੇ ਮਿੰਟ, ਸਕਿੰਟ, ਘੰਟੇ ਆ, ਇਹ ਤਾਂ ਬਾਅਦ ਦੇ ਵਿੱਚ ਆਏ ਆ। ਘੜੀਆਂ ਤਾਂ ਬਾਅਦ ਦੇ ਵਿੱਚ ਬਣੀਆਂ। ਪਹਿਲਾਂ ਤਾਂ ਪਾਈ ਭਰੀ ਪਾਣੀ ਵਾਲੀ ਘੜੀ ਹੁੰਦੀ ਸੀ। ਉਦੋਂ ਪਹਿਲਾਂ ਵੀ ਜਿਹੜੇ ਆ ਸਮੇਂ ਨੂੰ ਜਾਣਨ ਦੇ ਤਰੀਕੇ ਨਾ, ਉਹ ਹੋਰ ਸੀਗੇ। ਉਹ ਵਿਸੂਏ ਚਸੇ ਦੇ ਹਿਸਾਬ ਦੇ ਨਾਲ ਜਿਹੜਾ ਇਹ ਜਾਣਿਆ ਜਾਂਦਾ ਸੀ। ਜਾਂ ਆਪਾਂ ਐਂ ਕਹਿ ਲਈਏ ਵੀ ਗੁਰਬਾਣੀ ਦੇ ਵਿੱਚ ਪੁਰਾਣੀ ਇਹ ਜਿਹੜੀ ਆ ਸਮੇਂ ਨੂੰ ਜਾਣਨ ਦੀ ਤਰਤੀਬ ਆ। ਜਿਵੇਂ ਆਪਾਂ ਸਮਝ ਲਈਏ 15 ਵਾਰੀ ਅੱਖ ਨੂੰ ਝਮਕੀਏ, ਆਟੋਮੈਟਿਕ, ਜ਼ੋਰ ਲਾ ਕੇ ਨਹੀਂ ਖੋਲ੍ਹਣੀ, ਆਰਾਮ ਦੇ ਨਾਲ, ਜਿੰਨਾ ਆਪਣੀ ਨੋਰਮਲ ਅੱਖਾਂ ਆਪਾਂ ਝਮਕਦੇ ਹਾਂ। 15 ਵਾਰੀ ਅੱਖ ਨੂੰ ਝਮਕਿਆ ਜਾਵੇ ਤਾਂ ਇੱਕ ਵਿਸ਼ਾ ਬਣਦਾ, ਇੱਕ ਵਿਸ਼ਾ ਬਣਦਾ। ਪੁਰਾਣੀ ਇਹ ਬੋਲੀ ਆ, ਪੁਰਾਣੀ ਗੁਰਬਾਣੀ ਦੇ ਵਿੱਚ ਜੋ ਸਮੇਂ ਦੀ ਤਰਤੀਬ ਦਿੱਤੀ ਉਹ ਆ। 15 ਵਾਰੀ ਨੋਰਮਲ ਅੱਖ ਨੂੰ ਝਮਕਿਆ ਜਾਵੇ ਤਾਂ ਇੱਕ ਵਿਸ਼ਾ ਬਣਦਾ ਹੈ। ਤੇ 15 ਵਿਸ਼ਿਆਂ ਦਾ ਇੱਕ ਚਸਾ ਬਣਦਾ, ਤੇ 30 ਚਸਿਆਂ ਦਾ ਇੱਕ ਪਲ ਬਣਦਾ। 60 ਪਲਾਂ ਦੀ ਇੱਕ ਘੜੀ ਬਣਦੀ ਹੈ। 7.5 ਘੜੀਆਂ ਦਾ ਇੱਕ ਪਹਿਰ ਬਣਦਾ। ਤੇ ਫਿਰ 4 ਪਹਿਰ ਦਿਨ ਦੇ ਤੇ 4 ਪਹਿਰ ਰਾਤ ਦੇ, 8 ਪਹਿਰਾਂ ਦਾ ਇੱਕ ਦਿਨ ਤੇ ਰਾਤ ਬਣਦਾ। ਤੇ ਇਸ ਤੋਂ ਬਾਅਦ ਦਿਨ ਰਾਤ ਬਣ ਕੇ ਫਿਰ ਮਹੀਨੇ ਬਣਦੇ ਆ। 30 ਦਿਨਾਂ ਦਾ, 31 ਦਾ ਮਹੀਨਾ, ਤੇ ਫਿਰ ਅੱਗੇ ਸਾਲ, 10 ਸਾਲਾਂ ਦਾ ਫਿਰ ਇੱਕ ਦਹਾਕਾ ਬਣਦਾ, ਤੇ 100 ਸਾਲ ਦੀ ਇੱਕ ਸਦੀ ਬਣਦੀ ਹੈ। ਇਹ ਆ ਗਿਣਤੀਆਂ ਮਿਣਤੀਆਂ ਦੇ ਸਮੇਂ ਨੂੰ ਗਿਣਤੀਆਂ ਮਿਣਤੀਆਂ ਦੇ ਵਿੱਚ ਲਿਆਉਣ ਦੇ ਪੁਰਾਣੀ ਜਿਹੜੀ ਤਰਤੀਬ। ਹੁਣ ਇਹ ਸਾਰਾ ਕੁਝ ਸਮਾਂ ਬਣ ਰਿਹਾ, ਦਿਨ ਰਾਤ ਬਣ ਰਹੇ ਆ, ਸਾਰਾ ਕਾਹਦੇ ਖਾਤਰ ਆ? ਕਿਵੇਂ, ਇਹਦਾ ਜੜ ਕੀ ਆ? ਸਾਰੇ ਸਮੇਂ ਨੂੰ ਨਾਪਿਆ ਕਿਵੇਂ ਜਾ ਸਕਦਾ ਵੀ ਦਿਨ ਚੜ੍ਹ ਗਿਆ, ਰਾਤ ਬਣ ਗਈ? ਇਹਦੇ ਸਾਰੇ ਕਾਸੇ ਦਾ ਕਾਰਨ ਕੀ ਹੈ? ਕਿੰਨਾ ਸੋਹਣਾ ਇਹ ਤਰਤੀਬ ਬਣੀ ਹੋਈ ਆ, ਦਿਨ ਰਾਤ ਚੱਲ ਰਹੇ ਆ, ਸਾਰਾ ਕੁਝ ਹੋ ਰਿਹਾ, ਪਰ ਇਹਦੇ ਪਿੱਛੇ ਕੀ ਹੈ? ਇਹਦੇ ਪਿੱਛੇ ਆ ਸੂਰਜ। ਅਗਰ ਸੂਰਜ ਨਾ ਚੜ੍ਹੇ ਫਿਰ ਕਿਵੇਂ ਮਿਣਾਂਗੇ? ਕਿਵੇਂ ਦਿਨ ਹੋਊ, ਕਿਵੇਂ ਰਾਤ ਹੋਊ? ਭਾਵ ਕਿ ਇਹ ਸਾਰੇ ਪਸਾਰੇ ਦਾ ਕਾਰਨ ਇੱਕੋ ਇੱਕ ਹੈ, ਸੂਰਜ। ਜਿਵੇਂ ਸਾਰੇ ਪਸਾਰੇ ਦਾ ਕਾਰਨ ਸੂਰਜ ਹੈ, ਅਗਰ ਸੂਰਜ ਨਾ ਹੋਵੇ ਆ ਪਸਾਰੇ ਵਿਸੂਆਂ ਚਸਿਆਂ ਦਾ ਕੋਈ ਫਾਇਦਾ ਨਹੀਂ, ਨਹੀਂ ਹੋਣਗੇ, ਕਿਉਂਕਿ ਹਨੇਰਾ ਹੀ ਹਨੇਰਾ ਹੋਵੇਗਾ। ਉਹ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਜਿਹੜਾ ਇੱਕ ਓੰਕਾਰ ਆ, ਉਹ ਇੱਕੋ ਹੀ ਹੈ। ਸਾਰੇ ਜਿਵੇਂ ਸਮੇਂ ਦੇ ਪਸਾਰੇ ਦੇ ਪਿੱਛੇ ਇੱਕ ਸੂਰਜ ਕੰਮ ਕਰਦਾ, ਇਸੇ ਤਰ੍ਹਾਂ ਖੰਡਾਂ ਬ੍ਰਹਿਮੰਡਾਂ ਦੇ ਪਿੱਛੇ ਇੱਕ ਓੰਕਾਰ ਕੰਮ ਕਰਦਾ, ਵਾਹਿਗੁਰੂ ਕੰਮ ਕਰਦਾ। ਹੁਣ ਅਸੀਂ ਉਹ ਵਾਹਿਗੁਰੂ ਤੱਕ ਪਹੁੰਚਣਾ। 33 12 ਇਹਨਾਂ ਨੂੰ ਸੇਵਨਾ ਨਹੀਂ, ਗੁਰਬਾਣੀ ਦੇ ਵਿੱਚ ਲਿਖਿਆ 33 ਵਾਰ ਸੇਵਾ ਹੈ ਮੁਗਧ ਗਵਾਰ। ਜਿਹੜੇ 33 ਦੀ 12 ਦੀ ਸੇਵਾ ਕਰਦੇ ਆ ਨਾ, ਜਿਹੜੇ ਕਹਿੰਦੇ ਆ ਅੱਜ ਦਿਨ ਪਵਿੱਤਰ ਦਿਹਾੜਾ, ਅੱਜ ਦਿਨ ਮਾੜਾ, ਇਹ ਗੁਰਬਾਣੀ ਦੇ ਉਲਟਾ ਕੰਮ। ਜੋ ਚੰਗਾ ਮਾੜਾ ਸਾਰਾ ਕੁਝ ਚੱਲ ਰਿਹਾ, ਇਹਨਾਂ ਦੀ ਸੇਵਾ ਨਹੀਂ ਕਰਨੀ। ਇਹਨਾਂ ਨੂੰ ਬਣਾਉਣ ਵਾਲਾ ਸੂਰਜ ਆ, ਤੇ ਕਰੋੜਾਂ ਸੂਰਜਾਂ ਦਾ ਮਾਲਕ ਕੌਣ ਆ? ਉਹ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ। ਉਹਦੇ ਤੱਕ ਪਹੁੰਚਣਾ, ਸਾਰੇ ਪਸਾਰੇ ਤੋਂ ਉੱਪਰ ਉੱਠਣਾ। ਇਹ ਬਾਬਾ ਜੀ ਸਮਝਾ ਰਹੇ ਹਨ। ਵਿਸੂਏ ਚਸਿਆਂ, ਘੜੀਆਂ, ਪਹਿਰਾਂ, ਵਿਸੂਏ ਵੀ ਸਮਝ ਲਿਆ ਆਪਾਂ, ਚਸੇ ਵੀ ਸਮਝ ਲਿਆ, ਘੜੀਆਂ ਵੀ ਸਮਝ ਲਿਆ, ਪਹਿਰ ਇਹ ਵੀ ਸਮਝ ਲਿਆ, ਥਿੱਤੀਆਂ, ਤਰੀਕਾਂ, ਬਾਰੀ, ਬਾਰ, ਮਾਹ ਹੁੰਦਾ ਆਪਣਾ ਮਹੀਨਾ, 12 ਮਾਹਾਂ ਦੀ ਬਾਣੀ ਆਉਂਦੀ ਹੈ, ਹੋਆ। ਇਹ ਸਾਰਾ ਕੁਝ ਹੋ ਰਿਹਾ, ਸਾਰਾ ਸਰਕਲ ਚੱਲ ਰਿਹਾ, ਸਾਰਾ ਪਹੀਆ ਇਹ ਚੱਲ ਰਿਹਾ। ਵਿਚਾਲੇ ਕੀ ਹੈ ਸਾਰਿਆਂ ਦੇ? ਇੱਕ ਸੂਰਜ। ਸੂਰਜ ਇੱਕੋ, ਰੁੱਤ ਅਨੇਕ। ਉਹ ਸੂਰਜ ਦੇ ਕਾਰਨ 12 ਮਹੀਨਿਆਂ ਦੇ ਵਿੱਚ ਇਹ ਧਰਤੀ ਸਾਡੀ ਪੰਜਾਬ ਦੀ ਕਰਮਾਂ ਭਾਗਾਂ ਵਾਲੀ ਕਿਉਂ ਆ? 2-2 ਮਹੀਨਿਆਂ 'ਚ ਰੁੱਤਾਂ ਬਦਲਦੀਆਂ ਰਹਿੰਦੀਆਂ।
6 ਤਾਂ ਰੁੱਤਾਂ ਹੀ ਆ ਜਾਂਦੀਆਂ, 2 ਕੁ ਮਹੀਨੇ ਇੱਕ ਰੁੱਤ ਰਹਿੰਦੀ ਹੈ। ਇਹ ਸਾਰੇ ਕਾਸੇ ਦੇ ਪਿੱਛੇ ਕੀ ਹੈ? ਸੂਰਜ। ਇੱਧਰ ਕੀ ਹੈ? ਸਾਰੇ ਕਾ ਸੂਰਜ ਤੋਂ ਗਿਆਨ ਤੋਂ ਭਾਵ ਕੀ? ਸੂਰਜ ਤੋਂ ਭਾਵ ਇਹ ਵੀ ਲੈਣਾ ਵੀ ਗਿਆਨ ਦਾ ਸੂਰਜ। ਸਾਡੇ ਅੰਦਰ ਜੇ ਗਿਆਨ ਦਾ ਸੂਰਜ ਚੜ੍ਹ ਗਿਆ ਤਾਂ ਸਾਰੇ ਕਾਸੇ ਜੰਜਾਲ ਦੀ ਸਾਨੂੰ ਸਮਝ ਲੱਗ ਜਾਵੇਗੀ। ਉਹ ਪ੍ਰਮਾਤਮਾ ਵਾਹਿਗੁਰੂ ਦੀ ਇੱਕ ਦੀ ਹੋਂਦ ਦਾ ਕਰਕੇ ਹੀ ਸਾਰੇ ਖੰਡ ਬ੍ਰਹਿਮੰਡ ਸਾਰਾ ਸੰਸਾਰ ਚੱਲ ਰਿਹਾ ਹੈ ਜੀ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਇਸੇ ਤਰ੍ਹਾਂ ਕਰਤੇ ਦੇ ਪ੍ਰਮਾਤਮਾ ਦੇ ਵੇਸ ਅਨੇਕਾਂ ਹੀ ਆ, ਲੱਖਾਂ ਹੀ ਆ। ਕੋਈ ਇੱਧਰ ਦੀ ਜਾਂਦਾ, ਕੋਈ ਉੱਧਰ ਦੀ ਜਾਂਦਾ, ਕੋਈ ਇੱਧਰ ਦੀ ਜਾਂਦਾ ਤੇ ਕੋਈ ਆਹ ਸਾਈਡ ਤੋਂ ਦੀ ਜਾਂਦਾ। ਸਾਰਿਆਂ ਨੂੰ ਮੁਬਾਰਕ ਆ, ਪਰ ਚੱਲੋ ਸਹੀ। ਤੇ ਅਸੀਂ ਸਿੱਖਾਂ ਨੇ, ਅਸੀਂ ਮੁਸਲਮਾਨ ਵੀਰਾਂ ਨੂੰ ਨਹੀਂ ਕਹਿਣਾ, ਉਹ ਚੱਲ ਪਏ ਜਿਹੜੇ, ਜੇ ਚੱਲ ਕੇ ਪਹੁੰਚ ਗਏ ਠੀਕ ਆ ਆਪਣੇ ਰਸਤੇ ਤੇ ਆਪਣੇ ਧਰਮ ਦੇ ਮੁਤਾਬਕ। ਤੇ ਅਸੀਂ ਹਿੰਦੂ ਵੀਰਾਂ ਨੂੰ ਵੀ ਨਹੀਂ ਕਹਿ ਸਕਦੇ, ਉਹ ਆਪਣੇ ਮੁਤਾਬਕ ਚੱਲਦੇ ਆ। ਤੇ ਅਸੀਂ ਕਹਿਣਾ ਕਿਹਨੂੰ ਆ ਫਿਰ? ਤੇ ਕਹਿਣਾ ਤਾਂ ਕਹਿਣਾ ਸਾਡੇ ਵਾਸਤੇ ਸਿੱਖਾਂ ਨੂੰ ਹੀ ਹੈ। ਚੱਲ ਕੋਈ ਵੀ ਸਕਦਾ, ਕਿਉਂਕਿ ਮਨ ਸਿੱਖ ਕਿਸੇ ਦਾ ਵੀ ਬਣ ਸਕਦਾ। ਇੱਕ ਹਿੰਦੂ ਵੀ ਗੁਰਬਾਣੀ ਨੂੰ ਸੁਣ ਕੇ ਆਪਣੀ ਸੁਰਤ ਉੱਚੀ ਕਰ ਸਕਦਾ। ਇੱਕ ਮੁਸਲਮਾਨ ਮੋਮ ਦਿਲ ਹੋਵੇ। ਗੁਰਬਾਣੀ 'ਚ ਮੁਸਲਮਾਨ ਬਾਰੇ ਵੀ ਲਿਖਿਆ, ਵੀ ਕਿਤੇ ਵਿਚਾਰ ਕਰਾਂਗੇ। ਹਿੰਦੂ ਬਾਰੇ ਵੀ ਜਿਹੜੀਆਂ ਵਿਚਾਰਾਂ ਗੁਰਬਾਣੀ 'ਚ ਆਉਂਦੀਆਂ, ਮੁਸਲਮਾਨ ਬਾਰੇ ਵੀ। ਤੇ ਸਿੱਖ ਨੇ ਤਾਂ ਸਿੱਖਣਾ ਹੀ ਸਿੱਖਣਾ। ਸਾਡੇ ਵਾਸਤੇ ਤਾਂ ਹੈ ਹੀ ਇਹ ਇੱਕ ਓੰਕਾਰ ਦੀ ਗੱਲ। ਭਾਵ ਅਸੀਂ ਥਿੱਤੀਆਂ 12 ਛੋਟੀਆਂ ਛੋਟੀਆਂ ਚੀਜ਼ਾਂ ਤੋਂ ਇੱਕ ਸਿੱਖ ਨੇ ਉੱਪਰ ਉੱਠਣਾ। ਇੱਕ ਓੰਕਾਰ ਵਾਹਿਗੁਰੂ ਦਾ ਕਰਤੇ ਦਾ ਪੁਜਾਰੀ ਬਣਨਾ। ਉਹ ਕਰਤਾ ਕਿੱਥੇ ਆ? ਮੇਰੇ ਅੰਦਰ। ਅੰਦਰ ਦੀ ਪੂਜਾ ਤੋਂ ਭਾਵ ਆ ਆਪਣੇ ਆਪ ਨੂੰ ਸਵਾਰਨਾ। ਫਰੀਦਾ ਆਪ ਸਵਾਰੈ ਹੈ, ਮੈਂ ਮਿਲਿਆ ਹੈ, ਮੈਂ ਮਿਲਿਆ ਸੁਖ ਹੋਏ। ਸਾਰੇ ਕਾਸੇ ਤੋਂ ਸਾਨੂੰ ਐਨ ਅੱਜ ਕੱਢ ਕੇ ਉੱਪਰ, ਸਾਰੇ ਜੰਜਾਲ ਤੋਂ ਚੱਕ ਕੇ ਉੱਪਰ ਕਰ ਦਿੱਤਾ। ਇੱਕ ਓੰਕਾਰ ਨਾਲ ਸੁਰਤ ਜੋੜਨੀ ਹੈ। ਕਿਵੇਂ ਜੁੜੂਗੀ? ਗੁਰਬਾਣੀ ਦੇ ਰਾਹੀਂ, ਗੁਰੂ ਦੇ ਰਾਹੀਂ, ਗਿਆਨ ਦੇ ਰਾਹੀਂ। ਅੱਜ ਦੇ ਸ਼ਬਦ ਦੇ ਵਿੱਚ ਸਾਨੂੰ ਇਹ ਸਮਝਾਇਆ। ਸੋ ਕੱਲ੍ਹ ਦੇ ਸ਼ਬਦ ਵਿੱਚ ਕੱਲ੍ਹ ਨੂੰ ਵਿਚਾਰ ਕਰਾਂਗੇ। ਅੱਜ ਦੇ ਸ਼ਬਦ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ, ਗਲਤੀਆਂ, ਕਮੀਆਂ ਦੀ ਮਾਫੀ ਬਖਸ਼ਣਾ ਜੀ। ਬਸ ਇਸੇ ਤਰ੍ਹਾਂ ਸੰਗਤ ਜੀ ਤੁਹਾਡੇ ਸਾਰੇ ਸਹਿਯੋਗ ਦੀ ਲੋੜ ਆ। ਸਹਿਯੋਗ ਦਿੰਦੇ ਰਹੋ, ਸੁਣਦੇ ਰਹੋ। ਹੌਲੀ ਹੌਲੀ ਸੁਣਦੇ 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 ਸਾਡੀ ਸੁਰਤ ਆ ਜਿਹੜੀ ਉੱਚੀ ਹੋ ਸਕਦੀ ਹੈ। ਸਾਡੇ ਮਨ ਆ ਜਿਹੜੇ ਇਹ ਵਧੀਆ ਬਣ ਸਕਦੇ ਆ, ਕਿਉਂਕਿ ਬਾਬਾ ਕਬੀਰ ਜੀ ਦਾ ਫਰਮਾਨ ਆ ਬਾਣੀ ਦੇ ਵਿੱਚ, ਕਬੀਰਾ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਸੰਗਤ ਕਰਨੀ ਹੈ, ਇਹ ਵੀ ਧਿਆਨ ਕਰਨਾ। ਸਕੂਲ ਬਹੁਤ ਹੁੰਦੇ ਆ, ਕੁਝ ਆ ਜਿਹੜੇ ਪੈਸੇ ਲੈ ਕੇ ਜਿਹੜਾ ਹੈ ਬੱਚਿਆਂ ਨੂੰ ਦਿੰਦੇ ਨਹੀਂ, ਕੁਝ ਸਵਾਰਦੇ ਨਹੀਂ। ਕੁਝ ਆ ਜਿਹੜੇ ਐਸੇ ਟੀਚਰ ਵੀ ਮਿਲ ਜਾਂਦੇ ਆ ਜਿਹੜੇ ਲੈਂਦੇ ਵੀ ਹਿਸਾਬ ਨਾਲ ਹੀ ਆ, ਪਰ ਜ਼ੋਰ ਪੂਰਾ ਲਾ ਦਿੰਦੇ ਆ ਸਮਝਾਉਣ ਵਾਸਤੇ। ਸੋ ਗੁਰਬਾਣੀ ਦੇ ਵਿੱਚ ਸਾਨੂੰ ਬਹੁਤ ਵਧੀਆ ਢੰਗ ਦੇ ਨਾਲ ਸਮਝਾਇਆ। ਗੁਰਬਾਣੀ ਦੇ ਲੜ ਲੱਗੀਏ ਭਾਈ। ਇਹ ਪਿਓ ਦਾਦੇ ਦਾ ਸਾਡਾ ਬਹੁਤ ਵੱਡਾ ਖਜ਼ਾਨਾ, ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ। ਤਾਂ ਮੇਰਾ ਮਨ ਭਇਆ ਨਦਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ, ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੈ ਵਾਧੋ ਜਾਈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ, ਇਹਨੂੰ ਜਾਣਨਾ, ਇਹ ਸਾਡਾ ਸਿਲੇਬਸ ਆ ਹਰ ਸਿੱਖ ਦਾ। ਜਿਹੜੀ ਪੂਜਾ ਕਰਨ ਵਾਲਾ ਕੰਮ ਆ ਨਾ, ਉਹ ਬਾਅਦ ਦੇ ਵਿੱਚ ਆ। ਪਹਿਲਾਂ ਪੜ੍ਹਨਾ, ਸੁਣਨਾ ਤੇ ਸਮਝਣਾ। ਅਸੀਂ ਗੁਰਬਾਣੀ ਦੇ ਲੜ ਲੱਗੀਏ ਭਾਈ। ਬਹੁਤ ਵੱਡਾ ਖਜ਼ਾਨਾ। ਮੇਰੀ ਪੇਰੈਂਟਸ ਨੂੰ, ਮਾਪਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀ ਜਾਇਦਾਦ ਦੇ ਵਿੱਚੋਂ ਆਪਣਾ ਹੱਕ, ਆਪਣਾ ਹਿੱਸਾ ਬੱਚਿਆਂ ਨੂੰ ਦੇ ਕੇ ਜਾਣਾ ਮੁਬਾਰਕ ਆ, ਪਰ ਇੱਧਰਲੇ ਖਜ਼ਾਨੇ ਦੇ ਨਾਲ ਵੀ ਆਪਣੇ ਬੱਚਿਆਂ ਨੂੰ ਜੋੜਨ ਦੀ ਕੋਈ ਨਾ ਕੋਈ ਕੋਸ਼ਿਸ਼ ਕਰਕੇ ਜਾਈਏ। ਤੇ ਨਹੀਂ ਆਉਣ ਵਾਲੀਆਂ ਨਸਲਾਂ ਸਾਨੂੰ ਗਾਲਾਂ ਦੇਣਗੀਆਂ, ਉਹਨਾਂ ਗਾਲਾਂ ਤੋਂ ਬਚਣਾ। ਅਸੀਂ ਆਪਣੇ ਆਪ ਨੂੰ ਗੁਰਮੁਖ ਬਣਾ ਕੇ ਵਧੀਆ ਜੀਵਨ ਬਤੀਤ ਕਰਨਾ, ਆਪ ਵੀ ਗੁਰਬਾਣੀ ਦੇ ਲੜ ਲੱਗਣਾ ਤੇ ਸਾਡੇ ਬੱਚੇ ਵੀ ਗੁਰਬਾਣੀ ਨੂੰ ਪੜ੍ਹ, ਸੁਣ, ਸਮਝ ਸਕਣ। ਐਸੀਆਂ ਤਰਤੀਬਾਂ ਕਰਦੇ ਰਹਿਣਾ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।